ਹੈਲੋ ਡੀਅਰ ਸਟੂਡੈਂਟਸ, ਵੈਲਕਮ ਟੂ ਦ ਚੈਨਲ। ਗੱਲ ਕਰਨ ਜਾ ਰਹੇ ਹਾਂ ਰੀਡਿੰਗ ਕੰਪਰੀਹੈਂਸ਼ਨ ਦੀ, ਜਿਹੜਾ ਆਉਂਦਾ ਹੈ 10 ਮਾਰਕ ਲਈ। ਅਸੀਂ ਇਹ ਤੀਸਰਾ ਰੀਡਿੰਗ ਕੰਪਰੀਹੈਂਸ਼ਨ ਕਰ ਰਹੇ ਹਾਂ। ਆਈ ਨੋ ਤੁਸੀਂ 3 ਲੈਕਚਰ ਪਹਿਲੇ ਦੇਖੇ ਹੋਣੇ ਆ, ਪਹਿਲੇ 2 ਲੈਕਚਰ ਰੀਡਿੰਗ ਕੰਪਰੀਹੈਂਸ਼ਨ ਦੇ। ਹੁਣ ਤਾਂ ਗ੍ਰਿਪ ਬਣ ਗਈ ਹੋਏਗੀ। ਜੇ ਗ੍ਰਿਪ ਬਣ ਗਈ ਹੈ ਤੇ ਨਾਲੋਂ ਨਾਲ ਇਸ ਵੀਡੀਓ ਨੂੰ ਪਹਿਲਾਂ ਪੋਜ਼ ਕਰਕੇ ਜਿੱਥੇ ਕੁਐਸਚਨ ਪੁੱਛਿਆ ਉਹਦਾ ਆਨਸਰ ਦਿਓ। ਫਟਾਫਟ ਜ਼ਰਾ ਦੇਖ ਲਈਏ ਇੰਸਟਰਕਸ਼ਨਸ ਕੀ ਹੈ। ਇੰਸਟਰਕਸ਼ਨਸ ਤੋਂ ਪਹਿਲਾਂ ਲੈਟ ਇਟ ਬੀ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕੰਪਰੀਹੈਂਸ਼ਨ ਕਿਉਂ ਪੁੱਛਿਆ ਜਾਂਦਾ ਹੈ। ਕਿ ਕੰਪਰੀਹੈਂਸ਼ਨ ਇਜ਼ ਅ ਪੈਸੇਜ। ਇਹ ਤੁਹਾਡਾ ਐਨਾਲਿਸਿਸ, ਤੁਹਾਡੀ ਇੰਟਰਪ੍ਰੀਟੇਸ਼ਨ ਔਰ ਉਹਦੀ ਰੀਕ੍ਰੀਏਸ਼ਨ 'ਤੇ ਫੋਕਸ ਹੈ। ਪਹਿਲੀ ਚੀਜ਼ ਕਿ ਤੁਸੀਂ ਉਹਨੂੰ ਇੰਟਰਪ੍ਰੀਟ ਕੀ ਕੀਤਾ, ਕੀ ਦਿੱਤਾ ਗਿਆ ਸੀਗਾ। ਦੂਸਰੀ ਚੀਜ਼, ਤੁਸੀਂ ਇੰਟਰਪ੍ਰੀਟੇਸ਼ਨ ਦੇ ਦੌਰਾਨ ਜਦੋਂ ਇੰਟਰਪ੍ਰੀਟ ਕੀਤਾ ਤਾਂ ਇਹਨੂੰ ਤੁਸੀਂ ਆਪਣੇ ਵਰਡਸ ਦੇ ਵਿੱਚ ਕਿਸ ਤਰ੍ਹਾਂ ਅੱਗੇ ਆ ਕੇ ਐਨਾਲਾਈਜ਼ ਕੀਤਾ ਅਤੇ ਰੀਪ੍ਰੋਡਿਊਸ ਕੀਤਾ। ਬਸ ਇੰਨਾ ਕੀ ਕੁਐਸਚਨ ਵਿੱਚ ਪੁੱਛਿਆ ਜਾ ਰਿਹਾ ਹੈ। ਜਿਵੇਂ ਮੈਂ ਕਿਹਾ ਕਿ 10 ਮਾਰਕਸ ਦਾ ਹੈ, ਰਾਈਟ। ਔਰ 10 ਦੇ ਵਿੱਚੋਂ ਅਗਰ ਅਸੀਂ ਕਹੀਏ ਕਿ 7 ਟਾਰਗੇਟ ਕਰਕੇ ਚੱਲਾਂਗੇ, 7 ਆਊਟ ਆਫ 10 ਅਸੀਂ ਟਾਰਗੇਟ ਕਰਕੇ ਚੱਲਾਂਗੇ, ਰਾਈਟ। ਚਲੋ ਜੀ, ਅਗਲੀ ਗੱਲ 'ਤੇ ਆਉਂਦੇ ਹਾਂ। ਥੋੜ੍ਹੀਆਂ ਜਿਹੀਆਂ ਇੰਸਟਰਕਸ਼ਨਸ ਪੜ੍ਹ ਲਈਏ ਜੀ ਇਹਦੀਆਂ। ਇੰਸਟਰਕਸ਼ਨਸ ਮੈਂ ਵੈਸੇ ਵਰਬਲੀ ਦੱਸ ਦਿੰਦੀ ਹਾਂ। ਪੈਸੇਜ ਰੀਡ ਕਰੋ, ਜਿੱਥੇ ਤੱਕ ਤੁਹਾਨੂੰ ਸਮਝ ਆਏ ਵਧੀਆ ਤਰ੍ਹਾਂ ਨਾਲ ਰੀਡ ਕਰੋ, ਪੂਰਾ ਪੈਸੇਜ ਰੀਡ ਕਰੋ। ਰੀਡ ਕਰਨ ਤੋਂ ਬਾਅਦ ਕੁਐਸਚਨਸ ਰੀਡ ਕਰੋ। ਜਦੋਂ ਤੁਸੀਂ ਕੁਐਸਚਨ ਰੀਡ ਕਰ ਰਹੇ ਹੋ, ਪੈਸੇਜ ਦੁਬਾਰਾ ਰੀਡ ਕਰ ਰਹੇ ਹੋ, ਤੇ ਤੁਸੀਂ ਕੀ ਕਰਨਾ ਹੈ, ਲੋਕੇਸ਼ਨ ਮਾਰਕ ਕਰਨੀ ਹੈ ਕਿ ਕੁਐਸਚਨ ਨੰਬਰ 1 ਦਾ ਆਨਸਰ ਇੱਥੇ ਪਿਆ ਹੈ, ਕੁਐਸਚਨ ਨੰਬਰ 2 ਦਾ ਆਨਸਰ ਇੱਥੇ ਪਿਆ ਹੈ, ਠੀਕ ਹੈ। ਲੋਕੇਸ਼ਨ ਮਾਰਕ ਕਰ ਲੈਣੀ ਹੈ ਪਹਿਲੇ। ਇਸ ਤੋਂ ਪਹਿਲਾਂ ਕਿ ਲਿਖੀਏ, ਪਹਿਲੇ ਲੋਕੇਸ਼ਨ ਮਾਰਕ ਕਰ ਲਓ। ਫਿਰ ਤੁਸੀਂ ਜਦੋਂ ਲੋਕੇਸ਼ਨ ਮਾਰਕ ਕਰ ਲਈ, ਲੋਕੇਸ਼ਨ ਮਾਰਕ ਕਰਨ ਤੋਂ ਬਾਅਦ ਹੁਣ ਤੁਹਾਡਾ ਤੀਸਰਾ ਕੰਮ ਹੁੰਦਾ ਹੈ ਕੰਪੋਜੀਸ਼ਨ ਦਾ। ਕੰਪੋਜੀਸ਼ਨ ਦੇ ਵਿੱਚ ਤੁਸੀਂ ਇਹ ਦੇਖਣਾ ਹੈ ਕਿ ਤੁਹਾਡੇ ਜਿਹੜੇ ਕੁਐਸਚਨਸ ਪੁੱਛੇ ਗਏ ਹੈ, ਕੁਐਸਚਨਸ ਦਾ ਕੀ ਮਤਲਬ ਹੈ ਔਰ ਕਿੰਨਾ ਕੁ ਆਨਸਰ ਉਹਦੇ ਲਈ ਜਾਇਜ਼ ਹੈ। ਕਿਸੇ ਵੇਲੇ ਤਾਂ ਇੱਕ ਲਾਈਨ ਦੇ ਵਿੱਚ ਹੀ ਆਨਸਰ ਮੁੱਕ ਜਾਂਦਾ ਹੈ, ਔਰ ਕਿਸੇ ਵੇਲੇ ਕੀ ਹੁੰਦਾ ਹੈ ਕਿ ਤੁਸੀਂ 3-4 ਲਾਈਨਸ ਲਿਖ ਕੇ ਜਾਂ 5 ਲਾਈਨਸ ਲਿਖ ਕੇ ਆਪਣਾ ਆਨਸਰ ਜਿਹੜਾ ਉਹਦਾ ਸਪੋਰਟ ਕਰਦੇ ਹੋ, ਠੀਕ ਹੈ। ਕਿਉਂਕਿ ਤੁਸੀਂ ਰੀਪ੍ਰੋਡਿਊਸ ਕਰਨਾ ਮੈਟਰ ਆਪਣੇ ਅਕੋਰਡਿੰਗਲੀ, ਅਤੇ ਤੁਸੀਂ ਇਹਦੇ ਵਿੱਚ ਲਿਬਰਟੀ ਲੈ ਸਕਦੇ ਹੋ ਕਿ ਤੁਸੀਂ ਡਿਸਾਈਡ ਕਰੋ ਕਿ ਕਿੰਨੀ ਵਰਡ ਲਿਮਿਟ ਇਹਦੇ ਵਿੱਚ ਹੋਣੀ ਚਾਹੀਦੀ ਹੈ। ਇਹ ਥੋੜ੍ਹਾ ਮਤਲਬ ਐਨਾਲਿਸਿਸ ਕਰਕੇ ਪਤਾ ਲੱਗ ਜਾਂਦਾ ਹੈ। ਤੀਸਰੀ ਚੀਜ਼, ਰੀਪ੍ਰੋਡਿਊਸ ਕਰਨ ਦਾ ਮਤਲਬ ਇਹ ਹੈ ਕਿ ਜਿਹੜੀ ਇਨਫੋਰਮੇਸ਼ਨ ਗਿਵਨ ਹੈ ਪੈਸੇਜ ਦੇ ਵਿੱਚ, ਉਹਨੂੰ ਆਪਣੇ ਸ਼ਬਦਾਂ ਵਿੱਚ ਲਿਖਣਾ, ਨਾ ਕਿ ਨਵਾਂ ਕੋਈ ਆਰਗੂਮੈਂਟ ਛੇੜ ਲੈਣਾ। ਕਹਿਣ ਦਾ ਮਤਲਬ ਕੀ ਹੈ, ਜਿਹੜੀ ਇਨਫੋਰਮੇਸ਼ਨ ਤੁਹਾਨੂੰ ਪੈਸੇਜ ਵਿੱਚ ਦਿੱਤੀ ਗਈ ਹੈ, ਉਸੇ ਇਨਫੋਰਮੇਸ਼ਨ ਦੇ ਅਕੋਰਡਿੰਗ ਤੁਹਾਡਾ ਆਨਸਰ ਹੋਣਾ ਚਾਹੀਦਾ ਹੈ। ਜੇ ਆਨਸਰ ਦੇ ਵਿੱਚ ਤੁਸੀਂ ਆਪਣੀ ਕੋਈ ਨੌਲੇਜ ਪਾਈ ਹੈ, ਉਹ ਆਨਸਰ ਕੰਸੀਡਰੇਬਲ ਨਹੀਂ ਹੋਏਗਾ, ਬਲਕਿ ਤੁਹਾਡੇ ਮਾਰਕਸ ਉੱਥੇ ਕੱਟੇ ਜਾਣਗੇ, ਠੀਕ ਹੈ। ਤੇ ਇਨਫੋਰਮੇਸ਼ਨ ਅਕੋਰਡਿੰਗ ਟੂ ਦ ਆਨਸਰ, ਨੋ ਪਰਸਨਲ ਇਨਫੋਰਮੇਸ਼ਨ ਸ਼ੁੱਡ ਬੀ ਸਬਮਿਟਡ, ਰਾਈਟ। ਪ੍ਰੈਜੈਂਟੇਸ਼ਨ ਬਹੁਤ ਸੋਹਣਾ ਰੋਲ ਪਲੇ ਕਰਦੀ ਹੈ ਜੀ, ਬਹੁਤ ਵਧੀਆ ਰੋਲ ਪਲੇ ਕਰਦੀ ਹੈ। ਅਤੇ ਇਸ ਲਈ ਗੁਜ਼ਾਰਿਸ਼ ਹੈ, ਜਦੋਂ ਤੁਸੀਂ ਆਪਣੀ ਹੈਂਡਰਾਈਟਿੰਗ ਲਿਖੋ ਉਹ ਵਧੀਆ ਹੋਣੀ ਚਾਹੀਦੀ ਹੈ। ਨਾਲੇ ਜੇ ਤੁਹਾਨੂੰ ਹੈਂਡਰਾਈਟਿੰਗ ਦੇ ਲਈ ਟਿਪਸ ਚਾਹੀਦੇ ਆ, ਤੁਸੀਂ ਕਮੈਂਟ ਕਰ ਸਕਦੇ ਹੋ, ਮੈਂ ਤੁਹਾਨੂੰ ਟਿਪਸ ਦੇ ਸਕਦੀ ਹਾਂ। ਅਦਰਵਾਈਜ਼ ਥੋੜ੍ਹਾ ਵੇਸਟੇਜ ਆਫ ਟਾਈਮ ਕਈਆਂ ਨੂੰ ਲੱਗਦਾ ਹੈ। ਪਰ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਹੈਂਡਰਾਈਟਿੰਗ ਖਰਾਬ ਹੈ, ਤਾਂ ਉਹਦੇ ਕੁਝ ਟਿਪਸ ਦੇ ਦੇਵਾਂ ਤਾਂ ਮੈਂ ਦੇ ਦੂੰਗੀ, ਜੇ ਤੁਸੀਂ ਕਮੈਂਟਸ ਵਿੱਚ ਮੈਂਸ਼ਨ ਕਰੋਗੇ। ਆਓ ਜੀ, ਔਰ ਵੈਲ ਟੈਸਟਡ, ਠੀਕ ਹੈ, ਜਿਹੜੇ ਕਿ ਤੁਹਾਨੂੰ ਸੋਲਿਊਸ਼ਨਸ ਦਊਂਗੀ ਹੈਂਡਰਾਈਟਿੰਗ ਨੂੰ ਇੰਪਰੂਵਮੈਂਟ ਕਰਨ ਲਈ, ਰਾਈਟ। ਨੈਕਸਟ ਆਉਂਦੇ ਹੈ ਜੀ ਤੁਹਾਡੇ ਕੋਲ ਪੈਸੇਜ ਪੂਰਾ। ਜਿਵੇਂ ਮੈਂ ਕਿਹਾ, ਪੈਸੇਜ ਪੂਰਾ ਪੜ੍ਹਨਾ ਹੈ। ਜਦੋਂ ਪੈਸੇਜ ਪੜ੍ਹਦੇ ਹੋਵੋਗੇ, ਦੂਸਰੀ ਤੀਸਰੀ ਕੋਈ ਚੀਜ਼ ਦਿਮਾਗ 'ਚ ਨਹੀਂ ਆਉਣੀ ਚਾਹੀਦੀ। ਜਦੋਂ ਤੁਸੀਂ ਪੈਸੇਜ ਪੜ੍ਹਦੇ ਹੋਵੋਗੇ, ਇਨਫੋਰਮੇਸ਼ਨ ਨੂੰ ਇੰਟਰਪ੍ਰੇਟ ਕਰਦੇ ਹੋਏ, ਕਿੰਨੇ ਕਰੈਕਟਰ ਹੈ, ਕਿਹਦੇ ਬਾਰੇ ਗੱਲ ਹੋ ਰਹੀ ਹੈ, ਕੀ ਗੱਲ ਹੋ ਰਹੀ ਹੈ, ਪੋਜ਼ੀਟਿਵਲੀ ਹੋ ਰਹੀ ਹੈ ਜਾਂ ਨੈਗੇਟਿਵਲੀ ਹੋ ਰਹੀ ਹੈ, ਇਹ ਸਾਰੀ ਚੀਜ਼ਾਂ ਦਾ ਧਿਆਨ ਰੱਖਣਾ ਹੈ। ਮੈਂ ਥੋੜ੍ਹਾ ਜਿਹਾ ਸਕਰੀਨ ਤੋਂ ਪਰੇ ਜਾ ਰਹੀ ਹਾਂ, ਤੁਸੀਂ ਇਸ ਪੈਸੇਜ ਨੂੰ ਚੰਗੀ ਤਰ੍ਹਾਂ ਦੇ ਨਾਲ ਪੜ੍ਹ ਲਓ। ਆਈ ਹੋਪ ਇਹ ਸਾਰੀ ਸਕਰੀਨ ਕਵਰ ਹੋ ਰਹੀ ਹੈ। ਮੈਨੂੰ ਜ਼ਰਾ ਦਈਓ ਇੱਕ ਵਾਰੀ, ਮੈਂ ਮਾਰਕ ਕਰਕੇ ਦੇਖਾਂ ਇਹ ਹੋ ਰਹੀ ਹੈ ਕਿ ਨਹੀਂ, ਰਾਈਟ। ਇੱਕ ਮਿੰਟ, ਮੈਂ ਜੇ ਇੱਥੇ ਮਾਰਕ ਕਰ ਰਹੀ ਹਾਂ ਅਤੇ ਮਾਰਕ ਸਕਰੀਨ 'ਤੇ ਆ ਰਿਹਾ? ਹਾਂਜੀ, ਮੇਰੇ ਵੱਲੋਂ ਆ ਰਿਹਾ। ਜੇ ਤੁਹਾਨੂੰ ਨਹੀਂ ਆ ਰਿਹਾ, ਮੈਨੂੰ ਇੱਕ ਵਾਰੀ ਦੱਸਿਓ ਜ਼ਰੂਰ। ਪੂਰਾ ਪੈਸੇਜ ਰੀਡ ਕਰੋ।
ਚਲੋ ਜੀ, ਹੁਣ ਮੈਂ ਪੈਸੇਜ ਨੂੰ ਤੁਹਾਡੇ ਲਈ ਰੀਡ ਕਰ ਰਹੀ ਹਾਂ ਔਰ ਪੈਸੇਜ ਕਿਵੇਂ ਰੀਡ ਕੀਤਾ ਜਾਂਦਾ ਉਹ ਵੀ ਦੱਸ ਰਹੀ ਹਾਂ। ਠੀਕ ਹੈ, ਮੈਂ ਇਹ ਬਾਅਦ ਚੋਂ ਕਿਉਂ ਕਰ ਰਹੀ ਹਾਂ, ਮੈਂ ਪਹਿਲਾਂ ਕਿਉਂ ਨਹੀਂ ਕੀਤਾ, ਕਿਉਂਕਿ ਪਹਿਲੇ 2 ਰੀਡਿੰਗ ਕੰਪਰੀਹੈਂਸ਼ਨ ਮੈਂ ਕਰਵਾ ਚੁੱਕੀ ਹਾਂ। ਠੀਕ ਹੈ, ਜੇ ਤੁਸੀਂ ਉਹਦੀ ਵੀਡੀਓ ਲਗਾਈ ਹੈ ਤਾਂ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਹੈ ਕਿ ਸੈਂਟੈਂਸ ਨੂੰ ਪੜ੍ਹਨਾ ਕਿਵੇਂ ਹੈ। ਚਲੋ ਅੱਜ ਫੇਰ ਤੋਂ ਪਤਾ ਕਰਦੇ ਹਾਂ। ਠੀਕ ਹੈ, ਕਿ ਦ ਵੌਇਸ ਹੈਡ ਟੂ ਬੀ ਲਿਸਨ ਟੂ not only on account of its form but also the matter which it delivered। ਕਿਸੇ ਵੌਇਸ ਦੀ ਗੱਲ ਕਰ ਰਹੇ ਕਿ ਵੌਇਸ ਜਿਹੜੀ ਹੈ ਉਹਨੂੰ ਸੁਣਨਾ ਬਹੁਤ ਜ਼ਰੂਰੀ ਹੈ। ਕੋਈ ਵੌਇਸ ਦੀ ਗੱਲ ਕਰ ਰਹੇ, ਕੋਈ ਵੌਇਸ ਹੈ ਜਿਹਨੂੰ ਸੁਣਨਾ ਬਹੁਤ ਜ਼ਰੂਰੀ ਹੈ, ਸਿਰਫ ਇਸ ਲਈ ਨਹੀਂ ਕਿ ਇਹਦੀ ਫਾਰਮ ਕੀ ਹੈ, ਬਸ ਇਸ ਲਈ ਕਿ ਇਹਦਾ ਮੈਟਰ ਕੀ ਹੈ, ਇਹ ਮੈਟਰ ਕੀ ਡਿਲੀਵਰ ਕਰਦੀ ਹੈ ਇਸ ਚੀਜ਼ ਬਾਰੇ। ਯਾਨੀ ਅਸੀਂ ਕਿਸੇ ਦੀ ਵੌਇਸ ਦੀ ਗੱਲ ਕਰ ਰਹੇ ਹਾਂ ਜਾਂ ਕੋਈ ਆਵਾਜ਼ ਦੀ ਗੱਲ ਕਰ ਰਹੇ ਹਾਂ ਜਾਂ ਕੋਈ ਐਸੀ ਚੇਤਨਾ ਦੀ ਗੱਲ ਕਰ ਰਹੇ ਹਾਂ ਜਿਹਦੇ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਹੈ। ਠੀਕ ਹੈ, ਇਹ ਨਹੀਂ ਪਤਾ ਹੋਣਾ ਚਾਹੀਦਾ ਵੀ ਮਤਲਬ ਉਹਦੀ ਫਾਰਮ ਕੀ ਹੈ, ਸਾਨੂੰ ਇਹ ਪਤਾ ਹੋਣਾ ਚਾਹੀਦਾ ਉਹਦਾ ਕੌਂਟੈਕਸਟ ਕੀ ਹੈ। ਠੀਕ ਹੈ, ਉਹਦਾ ਮੈਟਰ ਕੀ ਹੈ। It gave a message to the country that it needed greatly। ਇਸ ਨੇ ਕੰਟਰੀ ਨੂੰ ਉਹ ਮੈਸੇਜ ਦਿੱਤਾ ਜਿਹੜਾ ਕਿ ਬਹੁਤ ਰਿਕੁਆਇਰਡ ਸੀਗਾ। ਇਸ ਲਾਈਨ ਤੋਂ ਪਤਾ ਲੱਗ ਰਿਹਾ ਗੱਲ ਪਾਸ ਦੀ ਹੋ ਰਹੀ ਹੈ। ਠੀਕ ਹੈ, ਇਸ ਪਾਰਟਿਕੂਲਰ ਲਾਈਨ ਦੀ ਗੱਲ ਕਰੀਏ ਤੇ ਗੱਲ ਹੋ ਰਹੀ ਹੈ ਪਾਸ ਦੀ। ਉਸ ਸਮੇਂ ਤੇ ਕੰਟਰੀ ਨੂੰ ਇਸ ਮੈਸੇਜ ਦੀ ਬਹੁਤ ਜ਼ਰੂਰਤ ਸੀ। ਦੇਖੇ ਅੱਜ ਰੈਲੀਵੈਂਟ ਹੈ ਕਿ ਨਹੀਂ, ਅੱਗੇ ਗੱਲ ਕਰਦੇ ਹਾਂ। It brought to the common people a realization of their duties to concern themselves with affairs। It brought to the common people a realization of their duty to concern themselves with their affairs। ਕਹਿ ਰਹੇ ਕਿ ਕਾਮਨ ਮੈਨ ਨੂੰ ਇਹਨਾਂ ਨੇ, ਇਸ ਆਵਾਜ਼ ਨੇ ਕਾਮਨ ਮੈਨ ਨੂੰ ਕੀ ਕੀਤਾ, ਆਪਣੀ ਡਿਊਟੀਜ਼ ਬਾਰੇ ਕੰਸਰਨ ਕੀਤਾ ਔਰ ਦੱਸਿਆ ਕਿ ਜਿਹੜੇ ਅਫੇਅਰਸ ਹੋ ਰਹੇ ਆ ਆਸ-ਪਾਸ, ਕਰੰਟ ਅਫੇਅਰਸ ਹੋ ਰਹੇ ਆ, ਇਹਦੇ ਲਈ ਜਾਣਕਾਰ ਰਹਿਣਾ। ਠੀਕ ਹੈ, ਦੇਖੋ ਜਦੋਂ ਗੱਲ ਕਰਦੇ ਹਾਂ ਕਿ ਕੋਈ ਇਹੋ ਜਿਹੀ ਸ਼ਖਸੀਅਤ ਜੋ ਕੋਈ ਇਸ ਤਰ੍ਹਾਂ ਲੋਕਾਂ ਨੂੰ ਦੱਸੇ ਵੀ ਦੇਖੋ ਆਲੇ ਦੁਆਲੇ ਕੀ ਹੋ ਰਿਹਾ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਠੀਕ ਹੈ, ਤੇ ਇਟ ਮੀਨਸ ਉਸ ਵੌਇਸ ਨੂੰ ਸੁਣਨਾ ਬਹੁਤ ਜ਼ਰੂਰੀ ਹੈ। ਤੇ ਕਿਸੇ ਕੋਈ ਇਹੋ ਜਿਹਾ ਟਾਈਮ ਸੀਗਾ ਕਿਸੇ ਕੰਟਰੀ ਦੇ ਵਿੱਚ, ਕਿਸ ਕੰਟਰੀ ਦਾ ਜ਼ਿਕਰ ਹੈ ਪਤਾ ਨਹੀਂ ਹਜੇ, ਤੇ ਉਸ ਕੰਟਰੀ ਵਿੱਚ ਉਸ ਟਾਈਮ ਤੇ ਇਸ ਵੌਇਸ ਦੀ ਗ੍ਰੇਟ ਵੈਲਿਊ ਸੀਗੀ। ਰਾਈਟ, the common people were made to take an interest in the manner which they were governed, in the taxes they paid, in return they got from those taxes। ਕਹਿੰਦੇ ਕਾਮਨ ਪੀਪਲ ਨੂੰ ਇਹ ਵੌਇਸ ਸੁਣਨਾ ਇਸ ਲਈ ਜ਼ਰੂਰੀ ਸੀਗਾ ਕਿਉਂਕਿ ਉਹ ਕਹਿੰਦੇ ਕਿ ਇੰਟਰਸਟ ਲਵੋ ਕਿ ਤੁਹਾਨੂੰ ਕਿਸ ਤਰ੍ਹਾਂ ਗਵਰਨ ਕੀਤਾ ਜਾਂਦਾ ਹੈ, ਤੁਹਾਡੇ ਤੇ ਰੂਲ ਕੌਣ ਕਰ ਰਿਹਾ। ਠੀਕ ਹੈ, ਕਿਸ ਤਰ੍ਹਾਂ ਰੂਲ ਕਰ ਰਿਹਾ, ਤੁਸੀਂ ਟੈਕਸ ਦੇ ਰਹੇ ਹੋ ਤਾਂ ਤੁਹਾਨੂੰ ਉਸ ਟੈਕਸ ਦਾ ਬੈਨੀਫਿਟ ਕੀ ਮਿਲਦਾ ਪਿਆ, ਇਹ ਸਾਰੀਆਂ ਚੀਜ਼ਾਂ ਪਤਾ ਕਰੋ। This interest in public affairs, politics, as you may call it, was to be the concern no longer of highly educated few, but of many, the poor, the propertyless, the working men in town and the country। ਕਹ ਰਹੇ ਕਿ ਦਿਸ ਇੰਟਰਸਟ ਇਨ ਪਬਲਿਕ ਅਫੇਅਰਸ, ਪਬਲਿਕ ਅਫੇਅਰ ਦੇ ਵਿੱਚ ਇੰਟਰਸਟ, ਪੋਲੀਟਿਕਸ ਵਿੱਚ ਜਿਹੜਾ ਤੁਸੀਂ ਕਹਿ ਸਕਦੇ ਹੋ ਪੋਲੀਟਿਕਸ ਹੀ ਹੈ ਨਾ, ਜਿਹੜੀ ਸਾਨੂੰ ਦੱਸਦੀ ਹੈ, ਗਵਰਨ ਕਰਦੀ ਹੈ, ਜਿਹੜੀ ਸਾਡੇ ਕੋਲ ਟੈਕਸ ਲੈਂਦੀ ਹੈ। ਠੀਕ ਹੈ, ਤੇ ਜਿਹਨੂੰ ਤੁਸੀਂ ਪੋਲੀਟਿਕਸ ਕਹਿ ਸਕਦੇ ਹੋ। ਕਹਿ ਰਹੇ ਇਹਦਾ ਜਿਹੜਾ ਕੰਸਰਨ ਸੀਗਾ ਸਿਰਫ ਹਾਈਲੀ ਐਜੂਕੇਟਿਡ ਬੰਦਿਆਂ ਦੇ ਨਾਲ ਨਹੀਂ ਸੀਗਾ, ਇਹਦਾ ਇੰਟਰਸਟ ਸੀਗਾ ਕਿਹਦੇ ਨਾਲ, ਪੂਅਰ ਗਰੀਬਾਂ ਦੇ ਨਾਲ ਵੀ, ਪ੍ਰੋਪਰਟੀ ਲੈਸ ਦੇ ਨਾਲ ਵੀ, ਵਰਕਿੰਗ ਮੈਨ ਦੇ ਨਾਲ ਵੀ। Politics was not to be the concern of similar aristocracy, of intellectual property, of the masses। ठीक है, कह रहे कि ਜਿਹੜੀ politics was not to be the concern of a small aristocracy of intellect property of the masses। and with the change in the subject of the politics, ਪਹਿਲੇ ਇਹਦੀ ਗੱਲ ਕਰੀਏ ਕਿ politics ਜਿਹੜੀ ਹੈ ਉਹ small aristocratic group ਲਈ ਨਹੀਂ ਰਹੀ ਬਲਕਿ ਇਹ ਮਾਸਿਸ ਲਈ ਹੋ ਗਈ। ਠੀਕ ਹੈ, ਦੇਖੋ ਹੁਣ ਤੱਕ ਜਿਹੜੀ ਡਿਵੈਲਪਮੈਂਟ ਹੋਈ ਹੈ ਥੋਟ ਦੀ, ਇੱਕ ਵਾਰੀ ਜ਼ਰਾ ਫੇਰ ਪੜ੍ਹਦੇ ਹਾਂ। ਠੀਕ ਹੈ, 10 ਮਾਰਕਸ ਦੀ ਗੱਲ ਹੈ ਯਾਰ, 7 ਲੈਣੇ ਇਹਦੇ ਵਿੱਚੋਂ। ਠੀਕ ਹੈ, ਵਧੀਆ ਤਰ੍ਹਾਂ ਪੜ੍ਹਦੇ ਹਾਂ। ਪਹਿਲੀ ਗੱਲ ਕਿ ਕੋਈ ਕਿਸੇ ਦੀ ਵੌਇਸ ਹੈ ਉਹਨੂੰ ਸੁਣਨਾ ਬਹੁਤ ਜ਼ਰੂਰੀ ਹੈ। ਉਸ ਟਾਈਮ ਤੇ ਉਸ ਕੰਟਰੀ ਦੇ ਵਿੱਚ ਉਹਨੂੰ ਸੁਣਨਾ ਬਹੁਤ ਜ਼ਰੂਰੀ ਸੀਗਾ। ਗੱਲ ਕਰ ਰਹੇ ਸੀ, ਇਹ ਕਹਿ ਰਹੇ ਕਿ ਜਨਰਲ ਲੋਕ ਜਿਹੜੇ ਹੈ, ਕਾਮਨ ਪੀਪਲ ਹੈ, ਇਹਨਾਂ ਨੂੰ ਇੰਟਰਸਟ ਲੈਣਾ ਚਾਹੀਦਾ ਵੀ ਇਹਨਾਂ ਨੂੰ ਗਵਰਨ ਕਿੱਦਾਂ ਕੀਤਾ ਜਾ ਸਕਦਾ ਔਰ ਜਿਹੜੇ ਟੈਕਸ ਇਹ ਪੇ ਕਰਦੇ ਆ ਤੇ ਉਹਨਾਂ ਦਾ ਟੈਕਸ ਦਾ ਹੁੰਦਾ ਕੀ ਹੈ। ਇੰਨੀ ਕੁ ਗੱਲ ਹੈ। ਦੂਜੀ ਗੱਲ ਉਹਨਾਂ ਨੇ ਕੀਤੀ, ਕਹਿ ਰਹੇ ਕਿ ਜਿਹੜਾ ਪੋਲੀਟਿਕਸ ਹੈ, ਠੀਕ ਹੈ, ਇਹ ਛੋਟੇ ਥੋੜ੍ਹੇ ਬੰਦਿਆਂ ਦਾ, ਅਰਿਸਟੋਕ੍ਰੈਟਿਕ ਬੰਦਿਆਂ ਦਾ ਜਾਂ ਇੰਟੈਲੈਕਚੁਅਲ ਬੰਦਿਆਂ ਦਾ ਹੀ ਨਹੀਂ ਹੈ, ਇਹ ਮਾਸਿਸ ਦਾ ਹੈ, ਜਿਹਦੇ ਵਿੱਚ ਕਾਮਨ ਮੈਨ ਆਉਂਦੇ, ਜਿਹਦੇ ਵਿੱਚ ਪੂਅਰ ਲੋਕ ਆਉਂਦੇ ਆ, ਪ੍ਰੋਪਰਟੀ ਲੈਸ, ਵਰਕਿੰਗ ਮੈਨ ਆਉਂਦੇ ਆ। and with the change in the subjects of the politics, that voice brought was also a change in the object of the politics। ਯਾਰ ਇੱਥੇ brought ਹੋਣਾ ਚਾਹੀਦਾ ਸੀਗਾ, ਸਪੈਲਿੰਗ ਥੋੜੇ ਗਲਤ ਲੱਗਦੇ ਪਏ ਆ ਮੈਨੂੰ ਇੱਥੇ। ਕਹ ਰਹੇ ਕਿ
ਔਰ ਇਹ ਚੇਂਜ ਜਿਹੜਾ ਸਬਜੈਕਟ ਆਫ ਪੋਲਿਟਿਕਸ ਦਾ ਜਿਹੜਾ ਚੇਂਜ ਹੋਇਆ ਹੈ, ਠੀਕ ਹੈ, ਇਹਦੇ ਨਾਲ ਆਬਜੈਕਟਸ ਆਫ ਪੋਲਿਟਿਕਸ ਵੀ ਚੇਂਜ ਹੋਏ। ਪਹਿਲੇ ਸਬਜੈਕਟ ਆਫ ਪੋਲਿਟਿਕਸ ਕੀ ਹੁੰਦਾ ਸੀਗਾ, ਕੁਝ ਖਾਸ ਲੋਕ ਇਹਨੂੰ ਪੜ੍ਹਦੇ ਪਏ ਹੈ, ਠੀਕ ਹੈ, ਹੁਣ ਇਹ ਸਾਰੇ ਮਾਸਸ ਪੜ੍ਹਦੀਆਂ ਪਈਆਂ ਵੌਇਸ ਤੋਂ ਬਾਅਦ, ਠੀਕ ਹੈ। ਐਂਡ ਇਹਦੇ ਨਾਲ ਸਬਜੈਕਟ ਤੇ ਚੇਂਜ ਹੋਇਆ ਹੀ ਹੋਇਆ, ਆਬਜੈਕਟ ਵੀ ਚੇਂਜ ਹੋਏ ਪੋਲਿਟਿਕਸ ਦੇ। ਦੇਖੀਏ ਕੀ ਆਬਜੈਕਟ ਚੇਂਜ ਹੋਏ। ਕਿ till then politics had busied itself mainly with the machinery of government towards making its personals more and more native, and with the proposals for a better distribution of political powers, with the protest against the sins of omission and commissions of the administration. This voice switched politics onto the concern for the needs of common people. पहले इत्थे तक समझते हैं कि टिल दैन पॉलिटिक्स ਦਾ ਆਬਜੈਕਟ ਕੀ ਹੁੰਦਾ ਸੀ ਕਿ ਗਵਰਨਮੈਂਟ ਦੀ ਮਸ਼ੀਨਰੀ ਬਣਾਓ, ਪਰਸੋਨਲਸ ਨੂੰ ਤਿਆਰ ਕਰੋ, ਠੀਕ ਹੈ, ਪਾਵਰ ਦਾ ਡਿਸਟ੍ਰੀਬਿਊਸ਼ਨ ਕਰੋ, ਔਰ ਵੱਧ ਤੋਂ ਵੱਧ ਜਿਹੜੇ ਲੋਕ ਹੈ ਉਹਨਾਂ ਨੂੰ ਕੀ ਕਰਨਾ ਹੈ ਕਿ ਮਤਲਬ ਆਪਾਂ ਨੂੰ ਉਹਨਾਂ ਨੂੰ ਡਿਸਟ੍ਰੀਬਿਊਸ਼ਨ ਪਾਵਰ ਦੇਣੀ ਹੈ ਤੇ ਉਹਨਾਂ ਨੂੰ ਉਹਨਾਂ ਦੇ ਡਿਊਟੀਜ਼ ਲਈ ਕਾਬਿਲ ਬਣਾਉਣਾ ਹੈ। ਪਰਸੋਨਲਸ, ਡਿਫੈਂਸ ਪਰਸੋਨਲਸ ਬਣਾਉਣੇ, ਮੈਡੀਕਲ ਪਰਸੋਨਲਸ ਬਣਾਉਣੇ ਹੈ, ਠੀਕ ਹੈ। ਐਡਮਿਨਿਸਟ੍ਰੇਸ਼ਨ ਨੂੰ ਦੇਖਣਾ ਹੈ, ਔਰ ਐਡਮਿਨਿਸਟ੍ਰੇਸ਼ਨ ਦੇ ਵਿੱਚ ਓਮਿਸ਼ਨ ਔਰ ਕਮਿਸ਼ਨ ਦੇਖਣਾ ਹੈ। ਓਮਿਸ਼ਨ ਮਤਲਬ ਕੀ ਨਾ ਰੱਖਿਆ ਜਾਵੇ, ਕਮਿਸ਼ਨ ਮਤਲਬ ਕੀ ਕੀਤਾ ਜਾਵੇ, ਕੀ ਕੰਮ ਨਹੀਂ ਕਰਨਾ ਤੇ ਕੀ ਕੰਮ ਕਰਨਾ ਹੈ। ਓਮਿਸ਼ਨ ਨਹੀਂ ਕਰਨਾ, ਕਮਿਸ਼ਨ ਕਰਨਾ ਹੈ, ਠੀਕ ਹੈ। This voice switched politics onto concern for the needs of common people. The improvement of the lot of poor was to be main concern of the politics and the politician. The improvement, especially in the lives of people of the neglected village, was to be placed before the government and political organization as the goal of all political endeavor. ਕਹਿੰਦੇ ਇਸ ਵੌਇਸ ਨੇ ਚੇਂਜ ਲਿਆਂਦਾ। ਇਹ ਵੌਇਸ ਕੀ ਕਹਿਣ ਲੱਗੀ, ਵੌਇਸ ਕਹਿੰਦੀ ਨਹੀਂ ਨਹੀਂ ਠੀਕ ਹੈ, ਕਹਿੰਦੇ ਓਮਿਸ਼ਨ ਕਮਿਸ਼ਨ ਐਡਮਿਨਿਸਟ੍ਰੇਸ਼ਨ ਕਹਿੰਦੇ ਇਹ ਤਾਂ ਚੱਲਦਾ ਪਿਆ। ਕਹਿੰਦੇ ਵੌਇਸ ਕਹਿੰਦੀ ਹੈ ਪੋਲਿਟਿਕਸ ਦਾ ਕੰਸਰਨ ਹੋਣਾ ਚਾਹੀਦਾ, ਗਰੀਬ ਲੋਕਾਂ ਦੀ ਜ਼ਰੂਰਤ ਕੀ ਹੈ, ਰਾਈਟ, ਉਹਨਾਂ ਦੀ ਲਾਈਫ ਨੂੰ ਇੰਪਰੂਵ ਕਿੱਦਾਂ ਕੀਤਾ ਜਾਵੇ। ਨਿਗਲੈਕਟਡ ਵਿਲੇਜ ਦੇ ਉੱਤੇ ਉਹਨਾਂ ਨੇ ਐਮਫੈਸਿਸ ਕੀਤਾ। ਉਹਨਾਂ ਨੇ ਕਿਹਾ ਪੋਲੀਟੀਕਲ ਆਰਗੇਨਾਈਜੇਸ਼ਨ ਦਾ ਜਾਂ ਪੋਲੀਟੀਕਲ ਪਾਰਟੀਜ਼ ਦਾ ਇੱਕੋ ਹੀ ਗੋਲ ਹੋਣਾ ਚਾਹੀਦਾ ਹੈ। ਕੀ ਗੋਲ ਹੋਣਾ ਚਾਹੀਦਾ ਹੈ? ਕਾਮਨ ਬੰਦਿਆਂ ਦੀ ਕਿਸ ਤਰ੍ਹਾਂ ਅਸੀਂ ਇੰਪਰੂਵਮੈਂਟ ਕਰੀਏ, ਠੀਕ ਹੈ, ਇਹ ਗੋਲ ਹੋਣਾ ਚਾਹੀਦਾ ਹੈ। The voice raised itself in the passionate protest against the age-old wrongs of this class and forced those that listened to it to endeavor to remove the most outrageous of them, like ਅਨਟੱਚੇਬਿਲਿਟੀ। ਕਹਿ ਰਹੇ ਕਿ ਵੌਇਸ ਜਿਹੜੀ ਸੀ ਉਹਨੇ ਏਜ ਓਲਡ ਜਿਹੜੀਆਂ ਚੀਜ਼ਾਂ ਗਲਤ ਚੱਲੀਆਂ ਜਾ ਰਹੀਆਂ ਸੀ ਨਾ ਉਹਦੇ ਖਿਲਾਫ ਆਵਾਜ਼ ਉਠਾਈ। ਜਿੰਨਾ ਵੀ ਰੋਂਗ ਸੋਸਾਇਟੀ 'ਚ ਹੋ ਰਿਹਾ ਸੀਗਾ, ਜਿਵੇਂ ਅਨਟੱਚੇਬਿਲਿਟੀ ਹੈ, ਇਹਦੇ ਖਿਲਾਫ ਆਵਾਜ਼ ਉਠਾਈ ਉਹਨਾਂ ਨੇ, ਠੀਕ ਹੈ। ਔਰ ਉਹਨਾਂ ਨੇ ਕਿਹਾ ਕਿ ਇਟ caused a revolution in Hindu religious practice by having Hindu temples thrown open to these people. It made the care of them a religious duty of the Hindus by renaming them Harijans. थोड़ी जे ਵਧੀਆ ਹੀ ਹੋਣੀ ਹੈ ਜੀ ਕੇ ਕਿ ਹਰੀਜਨਸ ਨਾਮ ਕਿਹਨੇ ਦਿੱਤਾ ਸੀਗਾ? ਗਾਂਧੀ ਨੇ, ਠੀਕ ਹੈ। ਤੇ ਇਹ ਪੈਸੇਜ ਜਿਹੜੀ ਵੌਇਸ ਦੀ ਸੀ ਗੱਲ ਕਰ ਰਹੇ ਇਹ ਗਾਂਧੀ ਦੀ ਵੌਇਸ ਹੈ, ਠੀਕ ਹੈ। ਔਰ ਹੋ ਸਕਦਾ ਤੁਹਾਨੂੰ ਨਾ ਵੀ ਪਤਾ ਲੱਗਿਆ ਹੋਵੇ ਤਾਂ ਇਟ ਇਜ਼ ਓਕੇ, ਸ਼ਾਇਦ ਆਉਣ ਵਾਲੇ ਜਿੰਨੇ ਕੁਐਸਚਨਸ ਹੈ ਉਹਦੇ ਵਿੱਚ ਕੁਝ ਦਿੱਤਾ ਹੋਏਗਾ। ਵੈਲ ਉਹਨਾਂ ਨੇ ਕਿਹਾ, ਕਹਿ ਰਹੇ ਕਿ ਇਹਨੇ ਇੱਕ ਰੈਵੋਲੂਸ਼ਨ, ਵੌਇਸ ਇੱਕ ਰੈਵੋਲੂਸ਼ਨ ਲੈ ਕੇ ਆਈ, ਸਪੈਸ਼ਲੀ ਹਿੰਦੂਜ਼ ਜਿਹੜੇ ਪ੍ਰੈਕਟਿਸ ਕਰਦੇ ਸੀ ਅਨਟੱਚੇਬਿਲਿਟੀ, ਰਾਈਟ, ਉਹ ਲੋਕਾਂ ਨੂੰ ਮਤਲਬ ਟੈਂਪਲ 'ਚ ਨਹੀਂ ਆਉਣ ਦਿੰਦੇ ਸੀ ਜਾਂ ਕਿਸੇ ਵੀ ਰਿਲੀਜੀਅਸ ਹੋ ਸਕਦਾ ਪਲੇਸ, ਠੀਕ ਹੈ। ਜਦੋਂ ਅਸੀਂ ਹਿੰਦੂ ਦੀ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਬਹੁਤ ਸਾਰੀ ਕਮਿਊਨਿਟੀਜ਼ ਆਉਂਦੀਆਂ, ਰਾਈਟ, ਅਤੇ ਉਹ ਕਮਿਊਨਿਟੀਜ਼ ਜੋ ਹੈ ਉਹ ਅਲਾਉ ਨਹੀਂ ਕਰਦੀਆਂ ਸੀਗੀਆਂ, ਹੈ ਨਾ, ਜਿਹੜੇ ਥੋੜ੍ਹੀ ਡਿਪਰਾਈਵਡ ਸੈਕਸ਼ਨ ਆਫ ਸੋਸਾਇਟੀ ਹੈ ਉਹਨਾਂ ਨੂੰ। ਅਤੇ ਇਸ ਵੌਇਸ ਨੇ ਉਹਨਾਂ ਨੂੰ ਰੀਨੇਮ ਕੀਤਾ, ਕੀ ਕਹਿ ਕੇ? ਹਰੀਜਨ, ਮਤਲਬ ਹਰੀ ਕੇ ਜਨ, ਠੀਕ ਹੈ। ਅਤੇ ਉਹਨਾਂ ਦੇ ਖਿਲਾਫ ਜਿਹੜੇ ਕਰਦੇ ਸੀ ਪ੍ਰੈਕਟਿਸਿਸ, ਉਹਨਾਂ ਦੇ ਖਿਲਾਫ ਉਹਨਾਂ ਨੇ ਇੱਕ ਰੈਵੋਲੂਸ਼ਨ ਲੈ ਕੇ ਆਏ। ਆਓ ਜੀ, ਪੈਸੇਜ ਅਸੀਂ ਪੜ੍ਹ ਲਿਆ, ਪੈਸੇਜ ਦੇ ਹਾਈਲਾਈਟਸ ਅਸੀਂ ਪੜ੍ਹ ਲਏ। ਜੇ ਅਸੀਂ ਪੈਸੇਜ ਵਧੀਆ ਤਰ੍ਹਾਂ ਨਾਲ ਪੜ੍ਹਿਆ ਹੋਏਗਾ ਨਾ, ਆਨਸਰਸ ਆਪਣੇ ਆਪ ਨਿਕਲ ਕੇ ਆਉਂਦਾ ਆ ਜਾਣਗੇ, ਇਸ ਤਰ੍ਹਾਂ ਆਪਣੇ ਆਪ ਨਿਕਲ ਕੇ ਆ ਜਾਣਗੇ। ਹੁਣੇ ਦੇਖਦੇ ਕਿਵੇਂ ਹੁੰਦਾ ਮੇਰੇ ਕੋਲ। ਆ ਜਾਓ ਮੇਰੇ ਨਾਲ, ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਚਲੋ ਜੀ,
ਇਹ ਕੁਐਸਚਨਸ ਦਿੱਤੇ ਹੋਏ ਹੈ ਰਾਈਟ। ਕੁਐਸਚਨਸ ਤੁਹਾਨੂੰ ਪੁੱਛਿਆ ਹੋਇਆ ਪਹਿਲਾ ਕਿ ਵਾਈ ਹੈਡ ਪੀਪਲ ਟੂ ਲਿਸਨ ਟੂ ਦ ਵੌਇਸ ਆਫ ਮਹਾਤਮਾ ਗਾਂਧੀ। ਦੇਖੋ ਜੀ ਪਹਿਲੇ ਕੁਐਸਚਨ 'ਚ ਹੀ ਆਪ ਨੂੰ ਦਿੱਤਾ ਹੋਇਆ ਹੈ ਮਹਾਤਮਾ ਗਾਂਧੀ ਦੀ ਵੌਇਸ, ਠੀਕ ਹੈ। ਵਾਈ ਹੈਡ ਪੀਪਲ ਲਿਸਨ ਟੂ ਦ ਵੌਇਸ ਆਫ ਮਹਾਤਮਾ ਗਾਂਧੀ, ਕਿਉਂ ਸੁਣਨਾ ਜ਼ਰੂਰੀ ਹੈ ਮਹਾਤਮਾ ਗਾਂਧੀ ਦੀ ਵੌਇਸ ਨੂੰ, ਇਹ ਕੁਐਸਚਨ ਦਾ ਅਸੀਂ ਆਨਸਰ ਦੇਣਾ ਹੈ। ਵਾਈ ਹੈਡ ਪੀਪਲ ਟੂ ਟੇਕ ਇੰਟਰਸਟ ਇਨ ਪੋਲੀਟਿਕਸ, ਪੋਲੀਟਿਕਸ ਵਿੱਚ ਲੋਕਾਂ ਨੇ ਕਿਉਂ ਇੰਟਰਸਟ ਲੈਣਾ ਹੈ, ਠੀਕ ਹੈ। ਨੈਕਸਟ ਆਉਂਦਾ ਹੈ ਕੰਪੇਅਰ ਦ ਚੇਂजेस ਇਨ ਦ ਸਬਜੈਕਟਸ ਐਂਡ ਦ ਆਬਜੈਕਟਸ ਆਫ ਦ ਪੋਲੀਟਿਕਸ। ਪੋਲੀਟਿਕਸ ਦੇ ਸਬਜੈਕਟਸ ਔਰ ਆਬਜੈਕਟਸ ਚੇਂਜ ਹੋ ਰਹੇ ਹੈ, ਇਹਦਾ ਕੀ ਮਤਲਬ ਹੈ, ਠੀਕ ਹੈ। ਨੈਕਸਟ ਆਉਂਦਾ ਹੈ ਜੀ what improvements were made for the common man ਲਈ ਕੀ ਇੰਪਰੂਵਮੈਂਟਸ ਕੀਤੀਆਂ ਗਈਆਂ। who were named ਹਰੀਜਨ and why, ਕਿਹਨਾਂ ਨੂੰ ਹਰੀਜਨ ਨਾਮ ਦਿੱਤਾ ਗਿਆ ਔਰ ਕਿਉਂ ਦਿੱਤਾ ਗਿਆ। ਇਹ 5 ਕੁਐਸਚਨਸ ਦਾ ਅਸੀਂ ਆਨਸਰ ਦੇਣਾ ਹੈ। ਕੋਈ ਵੀ ਵਨ ਲਾਈਨਰ ਤੇ ਲੱਗਦਾ ਨਹੀਂ, ਠੀਕ ਹੈ, ਸਾਰੇ ਹੀ ਕੁਐਸਚਨਸ ਲੱਗਦੇ ਆ ਵੀ ਜਿਹੜੇ ਡਿਸਕ੍ਰਾਈਬ ਕਰਨੇ ਪੈਣਗੇ। ਆਓ ਜੀ ਜ਼ਰਾ ਇੱਕ ਵਾਰੀ ਪੈਸੇਜ ਦੇਖੋ, ਇਹਨਾਂ ਨੇ ਪੈਸੇਜ, ਚਲੋ ਇਹਨੂੰ ਛੱਡੋ, ਠੀਕ ਹੈ। ਤੁਸੀਂ ਕੋਸ਼ਿਸ਼ ਕਰੋ ਇਸ ਤੇ ਆਪਣੀ ਵੀਡੀਓ ਤੇ ਇਹਨੂੰ ਪੋਜ਼ ਕਰੋ, ਠੀਕ ਹੈ, ਔਰ ਹਰ ਇੱਕ ਦਾ ਆਨਸਰ ਜਿਹੜਾ ਉਹ ਮਾਰਕ ਕਰੋ, ਕੋਸ਼ਿਸ਼ ਕਰੋ ਆਨਸਰ ਮਾਰਕ ਕਰਨ ਦੀ, ਟਰਾਈ ਕਰੋ, ਲਵੋ ਜ਼ਰਾ ਟਾਈਮ, ਠੀਕ ਹੈ। चलिए जी, पहला क्वेश्चन तुहाडे कोल दिता होया है, वाई हैड पीपल टू लिसन टू द वॉइस ऑफ महात्मा गांधी। बस इन्नी की गल दे विच आंसर है। द वॉइस हैड टू बी लिसन टू नॉट ओनली ऑन अकाउंट ऑफ इट्स फॉर्म बट ऑल्सो द मैटर which it delivered. It gave a message to the country that it needed greatly. It brought to common people a realization of their duty and concern themselves with their affairs. बेटा एक गल ध्यान रखो, ਤੁਸੀਂ ਕੁਐਸਚਨ ਨੂੰ ਇੱਕ ਵਾਰੀ ਗੌਰ ਨਾਲ ਪੜ੍ਹਿਓ, ਮੈਂ ਤੁਹਾਨੂੰ ਕੋਈ ਗੱਲ ਪੁੱਛਣੀ ਹੈ, ਪੜ੍ਹੀਏ ਜ਼ਰਾ ਕੁਐਸਚਨ ਕੀ ਦਿੱਤਾ ਹੈ। ਕੁਐਸਚਨ ਦਿੱਤਾ ਹੋਇਆ ਵਾਈ ਹੈਡ ਪੀਪਲ ਟੂ ਲਿਸਨ ਟੂ ਦ ਵੌਇਸ ਆਫ ਮਹਾਤਮਾ ਗਾਂਧੀ, ਹੈ ਨਾ। ਇਹ ਜਿਹੜੀ ਪੁੱਛੀ ਗਈ ਗੱਲ ਹੈ ਇਹੀ ਪਾਸਟ ਵਿੱਚ ਪੁੱਛੀ ਹੋਈ ਹੈ ਨਾ। ਪਾਸਟ ਵਿੱਚ ਪੁੱਛੀ ਹੈ ਤੇ ਅਸੀਂ ਪਾਸਟ ਵਿੱਚ ਹੀ ਆਨਸਰ ਦੇਣਾ ਹੈ। ਟਰਾਈ ਕਰੋ ਕੀ ਹੋਣਾ ਚਾਹੀਦਾ, ਵੀਡੀਓ ਨੂੰ ਪੋਜ਼ ਕਰੋ ਔਰ ਟਰਾਈ ਕਰੋ, ਵਧੀਆ ਤਰ੍ਹਾਂ ਨਾਲ ਟਰਾਈ ਕਰੋ। देखो ਹੁਣ ਸਾਨੂੰ ਇਹ ਪਤਾ ਹੈ ਨਾ ਕਿ ਮਹਾਤਮਾ ਗਾਂਧੀ ਦਾ ਨਾਮ ਆ ਹੀ ਗਿਆ ਹੈ ਆਲਰੇਡੀ, ਤੇ ਅਸੀਂ ਇਹਨੂੰ ਨਾਮ ਨੂੰ ਹੀ ਥੋੜਾ ਜਿਹਾ ਕੈਸ਼ ਕਰਦੇ ਹਾਂ, ਠੀਕ ਹੈ। ਕਹਿੰਦੇ ਗਾਂਧੀ ਜੀ ਵਿਸ਼ਡ ਹਿਸ ਕੰਟਰੀਮੈਨ ਟੂ ਬੀ ਐਨਲਾਈਟਨਡ ਅਬਾਊਟ ਦ ਡੇਲੀ ਅਫੇਅਰਸ। ਪਹਿਲੀ ਗੱਲ ਅਸੀਂ ਲਿਖੀ ਕਿ ਗਾਂਧੀ ਜੀ ਵਿਸ਼ਡ ਹਿਸ ਕੰਟਰੀਮੈਨ ਟੂ ਬੀ ਐਨਲਾਈਟਡ ਅਬਾਊਟ ਡੇਲੀ ਅਫੇਅਰਸ। ਇਹੀ ਲਾਈਨ ਉਠਾਈ ਹੈ ਨਾ ਅਸੀਂ, ਕਹਿੰਦੇ ਲਿਸਨਡ ਔਨ ਦ ਅਕਾਊਂਟ, ਇਹ ਨਹੀਂ ਲਿੱਤਾ ਅਸੀਂ, ਮੈਸੇਜ ਟੂ ਦ ਕੰਟਰੀਮੈਨ, ਠੀਕ ਹੈ, ਅਫੇਅਰਸ ਦੀ ਗੱਲ ਕਰ ਰਹੇ ਹਾਂ। ਪਹਿਲੀ ਗੱਲ ਮੈਂ ਇਹਦੇ ਵਿੱਚ ਕਰ ਦਿੱਤੀ, ਗਾਂਧੀ ਜੀ ਵਿਸ਼ਡ ਹਿਸ ਕੰਟਰੀਮੈਨ ਟੂ ਬੀ ਐਨਲਾਈਟਨਡ ਅਬਾਊਟ ਦ ਡੇਲੀ ਅਫੇਅਰਸ। ਹੀ ਹੈਡ ਅ ਗ੍ਰੇਟ ਮੈਸੇਜ ਫॉर ਅਸ ਟੂ ਰਿਅਲਾਈਜ਼ ਆਰ ਡਿਊਟੀਜ਼। ਹੀ ਹੈਡ ਹੀ ਲਿਖਿਆ ਮੈਂ, ਹੀ ਹੈਡ ਅ ਗ੍ਰੇਟ ਮੈਸੇਜ ਫॉर ਅਸ ਟੂ ਰਿਅਲਾਈਜ਼ ਆਰ ਡਿਊਟੀਜ਼, ਟੂ ਬੀ ਵੈਲ ਪਰਫਾਰਮਡ, ਟੂ ਬੀ ਵੈਲ ਇਨਫੋਰਮਡ ਸਿਟੀਜ਼ਨ, ਕਿ ਸਾਨੂੰ ਵੈਲ ਇਨਫੋਰਮਡ ਹੋਣਾ ਚਾਹੀਦਾ ਹੈ। ਬਸ ਇੰਨੀ ਕੀ ਗੱਲ ਆਪਾਂ ਲਿਖ ਦਿੱਤੀ ਤੇ ਗੱਲ ਵਧੀਆ, ਠੀਕ ਹੈ। ਉਹ ਚਾਹੁੰਦੇ ਆ ਕਿ ਅਸੀਂ ਵੈਲ ਇਨਫੋਰਮਡ ਹੋਈਏ। ਹੁਣ ਵੈਲ ਇਨਫੋਰਮਡ ਦੇ ਵਿੱਚ ਸਭ ਕੁਝ ਆ ਗਿਆ ਨਾ, ਕਿ ਸਾਨੂੰ ਡਿਊਟੀਜ਼ ਲਈ ਵੀ ਵੈਲ ਇਨਫੋਰਮਡ ਹੋਣਾ ਹੈ ਕਿ ਪੋਲੀਟਿਕਸ 'ਚ ਕੀ ਹੋ ਰਿਹਾ ਹੈ,
ਸਾਨੂੰ ਇਹ ਵੀ ਵੈਲ ਇਨਫੋਰਮਡ ਹੋਣਾ ਹੈ ਕਿ ਟੈਕਸਿਸ ਕਿੱਥੇ ਜਾ ਰਹੇ ਹੈ, ਠੀਕ ਹੈ। ਸਾਨੂੰ ਇਹ ਵੀ ਵੈਲ ਇਨਫੋਰਮਡ ਹੋਣਾ ਹੈ ਕਿ ਸਾਡੇ ਲਈ ਕੰਮ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ, ਠੀਕ ਹੈ। ਇਹ ਸਾਰੀਆਂ ਚੀਜ਼ਾਂ ਆ ਗਈਆਂ। ਦੇਖੋ 2 ਹੀ ਸੈਂਟੈਂਸ ਅਸੀਂ ਲਿਖੇ। ਗਾਂਧੀ ਜੀ ਵਿਸ਼ਡ ਹਿਸ ਕੰਟਰੀਮੈਨ ਟੂ ਬੀ ਐਨਲਾਈਟਡ ਅਬਾਊਟ ਡੇਲੀ ਅਫੇਅਰਸ, ਹੀ ਹੈਡ ਅ ਗ੍ਰੇਟ ਮੈਸੇਜ ਫॉर ਅਸ to realize our duties to be well informed citizens, right? Clear है जी? चलो नेक्स्ट गल करते हैं। नेक्स्ट गल दे विच जा रहे हैं। चलो प्रॉब्लम में स्टार्टिंग में हुई थी तो पैसेज काफ़ी नीचे तक था और यहाँ पे हाँ अभी तो ठीक है, बट वो फिर दिखेगा नहीं इनको। क्वेश्चन इज वाई हैड पीपल टू टेक इंटरस्ट इन पॉलिटिक्स। देखो कदे तुहाडा आंसर ओवरलैप नहीं होना चाहिए। जे तुसी टैक्स वाली गल पहला कर देंदे तो तुहाडा आंसर ओवरलैप हो जाना सी। पूछया की है वाई हैड पीपल टू टेक इंटरस्ट इन पॉलिटिक्स। पॉलिटिक्स इंटरस्ट लेना क्यों है? ਉਹ ਕਹਿੰਦੇ ਪੋਲਿਟਿਕਸ ਵਿੱਚ ਇੰਟਰਸਟ ਇਸ ਲਈ ਲੈਣਾ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਨੂੰ ਗਵਰਨ ਕਿਵੇਂ ਕੀਤਾ ਜਾ ਰਿਹਾ ਹੈ। ਜਿਹੜੇ ਤੁਸੀਂ ਟੈਕਸ ਦੇ ਰਹੇ ਹੋ ਤੁਹਾਨੂੰ ਉਸ ਟੈਕਸ ਦਾ ਬੈਨੀਫਿਟ ਕੀ ਹੋ ਰਿਹਾ। ਲੁੱਕ ਐਟ ਦਾ ਆਨਸਰ, ਜਿਹੜੀ ਲੋਕੇਸ਼ਨ ਹੈ, ਠੀਕ ਹੈ। The common people were made to take an interest in the manner in which they were governed, in the taxes they paid, in the return they got from those taxes। बस इन्नी क लाइन है जो ਤੁਹਾਡਾ आंसर है। ओवरलैप ना करे इसलिए बड़ा स्पैसिफिक होना है भी ਇਹ वाली ऑप्शन आंसर 2 दी है। जरा ट्राई करो तुसी इस वीडियो ਨੂੰ पॉज करके अपना आंसर लिखन दी। आप ना बैक जाके देखना, ठीक है। तो वो पैसेज बड़ा था तो उसका पूरा कंप्लीट शायद नहीं दिखा है। एक बार देख, आप देख सकते हो बैक जाके। चलो जी, वैसे इस वीडियो का PDF ਤੁਹਾਨੂੰ ਮਿਲ ਜਾਏਗਾ, ठीक है। तो PDF ਦੇ ਵਿੱਚ ਸਾਰਾ ਤੁਹਾਨੂੰ मतलब पहले ही डाउनलोड कर लो तो ਵਧੀਆ। मैं पहले ही ये डाउनलोड करवा दूंगी, ठीक है। अटैच ये फाइल ਤੁਹਾਡੇ ਲੈਕਚਰ ਤੋਂ ਵੀ ਪਹਿਲਾਂ ਮਿਲ ਜਾਏਗੀ ਤੁਹਾਨੂੰ, ठीक है। आओ जी अगली गल करते हैं। कह रहे why had people to take interest in the politics? See these 2 lines I have converted into these। Gandhi ji advised people of the country to observe the government's working। गवर्नमेंट दी वर्किंग ਨੂੰ ऑब्जर्व करना है, ठीक है। अच्छा बाय द मैनर इन विच दे वर गवर्नड, ठीक है। ਅਸੀਂ ਇसी ਲਾਈਨ ਨੂੰ ਇसी ਤਰ੍ਹਾਂ ਨਾਲ ਲਿਖ ਦੇਵਾਂਗੇ ਤੇ ਬਹੁਤ ਸਾਰੇ ਸਟੂਡੈਂਟ ਸੇਮ ਲਿਖਣਗੇ ਨਾ, ਠੀਕ ਹੈ। ਅਸੀਂ ਥੋੜਾ ਜਿਹਾ ਇਨਫੋਰਮੇਸ਼ਨ ਨੂੰ ਟਵਿਸਟ ਕਰਕੇ ਟਰਨ ਕਰਕੇ ਲਿਖ ਸਕਦੇ ਹਾਂ। ਗਾਂਧੀ ਜੀ ਐਡਵਾਈਜ਼ ਦ ਪੀਪਲ ਟੂ ਆਫ ਦ ਕੰਟਰੀ ਟੂ ਆਬਜ਼ਰਵ ਦ ਗਵਰਨਮੈਂਟਸ ਵਰਕਿੰਗ। People must understand the way they the then government collected, okay। People must understand the way that होना चाहिए सी इत्थे that the then government। I'm sorry इत्थे थोड़ी जी मिस्टेक है, इन्हू ठीक कर लेंगे। that the then government collected taxes and spent those taxes on public welfare। कह रहे कि सानू गवर्नमेंट दी वर्किंग जिहड़ी है उहनू देखना पएगा, ठीक है। पीपल नू ये अंडरस्टैंड करना पएगा। पीपल मस्ट अंडरस्टैंड द वे दैट द then गवर्नमेंट कलैक्टेड टैक्स। उस दौरान दी गवर्नमेंट ने टैक्स किवें कलैक्ट किते और एंड किवें उन्हें स्पेंड किते ਉਹੀ टैक्सिस किहदे ते पब्लिक वेलफेयर ते। ते ਇੰਨੀ ਕੁ ਤਾਂ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਨਾ। ਇਹੀ ਪੈਸੇਜ 'ਚ ਗੱਲ ਕਹੀ ਗਈ ਸੀ। ਕੀ ਕਿਹਾ ਗਿਆ ਸੀਗਾ? ਗਵਰਨ ਇਨ ਦ ਟੈਕਸਿਸ ਦੇ ਪੇਡ, ਇਨ ਰਿਟਰਨ ਦੇ ਗੈਟ ਫਰੋਮ ਦੋਜ਼ ਟੈਕਸਿਸ। ਤੇ ਮਿਲਿਆ ਕੀ ਉਹਨਾਂ ਟੈਕਸਿਸ ਦੇ ਵਿੱਚੋਂ, ਰਾਈਟ। ਆਈ ਹੋਪ ਇਹ ਕਲੀਅਰ ਹੋ ਗਿਆ ਹੋਏਗਾ। ਹੁਣ ਅਸੀਂ ਅੱਗੇ ਚੱਲਦੇ ਹਾਂ। ਚਲੋ ਜੀ, बहुत वड्डा देखो लोकेशन आंसर दी है ना। क्वेश्चन की है कंपेयर द चेंजेस ऑफ द सब्जेक्ट्स इन द ऑब्जेक्ट्स ऑफ द पॉलिटिक्स। मैं पहले भी दसिया सीगा, हुण भी दसदी पई हां। सब्जेक्ट्स भी चेंज होए, ऑब्जेक्ट्स भी चेंज होए। पहला सब्जेक्ट्स की सीगे देखो
This interest in the public affair, politics as you may call it, was to be concerned no longer of highly educated few, but of many, the poor, the propertyless, the working men, you know, and in the town. Politics was not to be concern of a few small aristocracy of intellect property of the masses. And with the change in the subjects of the politics, that voice brought about also the change in the objects. यानी इस लाइन तो पहला ਜਿਹੜਾ ਆ ਲਿਖਿਆ ਹੋਇਆ ਹੈ, ਇਹ subjects ਹੈ ਜਿਹੜੇ change ਹੋਏ, ਠੀਕ ਹੈ, ਔਰ ਇਸ ਲਾइन ਤੋਂ ਬਾਅਦ ਲਿਖਿਆ ਹੋਇਆ ਹੈ ਕਿ objects ਕੀ ਹੋਏ. Till then the politics had busied itself with the machinery of government towards making personals more and more native, with proposals for better distribution of political powers, with protests against the sins of omission and commission and of administration. The voice switched politics on the concern for the needs of the common man. ਹੁਣ objects ਜਿਹੜਾ ਹੈ ਉਹ change ਹੋ ਕੇ common man ਦੀ needs ਹੋ ਗਿਆ. ਠੀਕ ਹੈ, ਬਹੁਤ ਧਿਆਨ ਦੇ ਨਾਲ ਇਹ ਆਨਸਰ ਲਿਖਿਓ. ਦੇਖੋ ਇੱਕ ਹੋਰ ਗੱਲ, ਠੀਕ ਹੈ, ਜਦੋਂ ਤੁਹਾਡੇ ਕੋਲ ਬਹੁਤ ਜ਼ਿਆਦਾ ਮੈਟਰ ਹੈ, ਇਹ ਨਹੀਂ ਕਿ ਉਹਦੇ ਲਈ 100 ਨੰਬਰ ਦਾ ਕੁਐਸਚਨ ਲਿਖ ਦੇਣਾ ਹੈ, ਠੀਕ ਹੈ, ਬੜੇ ਧਿਆਨ ਦੇ ਨਾਲ ਪਿਆਰ ਦੇ ਨਾਲ ਚੁਣ ਚੁਣ ਕੇ ਵਰਡਸ ਆਪਣਾ ਸੈਂਟੈਂਸ ਬਣਾ ਕੇ ਪ੍ਰੀਸਾਈਜ਼ਲੀ ਲਿਖਣੇ ਉਹਨੂੰ, ਠੀਕ ਹੈ, no more than 50 words. ਬਈ 2 ਮਾਰਕਸ ਦਾ ਕੁਐਸਚਨ ਹੈ, ਠੀਕ ਹੈ, ਤੁਸੀਂ ਉਹਦੇ ਤੇ 70 ਜਾਂ 80 ਮਾਰਕਸ ਲਿਖ ਦੂੰਗੇ, ਚੈੱਕ ਕਰਨ ਵਾਲੇ ਨੇ ਕਹਿਣਾ ਬੀਬਾ ਚੱਕ ਲੈ ਇਹਨੂੰ, 2 ਹੀ ਮਾਰਕਸ ਤਾਂ ਦੇਣੇ ਮੈਂ, ਠੀਕ ਹੈ. ਚਲੋ ਕਰੋ ਜ਼ਰਾ ਇਹਨੂੰ. ਹਾਂਜੀ 5:15 ਤੱਕ ਖਤਮ ਕਰਨਾ. Now look at the answer I have composed. Chalo ji. It is, the voice has brought massive transformation in the subject and the objects of the politics. पहला तो ऐसे यही कह दिए, massive changes लेके आए हैं, ठीक है, noticeable changes लेके आए हैं. Before Gandhiji's speeches, politics was confined to be among well-educated people. After listening to him, masses started talking about politics. Earlier, politics was focused on the issue of administration, upskilling personals. Later, it shifted its focus on what common man needed. ठीक है, देखो किन्ने प्यार दे नाल सारी गल जड़ी है, इन्नी वड्डी गल इन्नी दे विच असी कंसाइज कर दित्ती. पहली गल असी कही, the voice had brought massive transformation in the subjects and the objects of the politics. Before Gandhiji's speech, politics was confined to be among well-educated people. A subject siga ਉਹਨਾਂ ਦਾ. After listening to him, masses started talking about politics. Subject A बन गया. Next, earlier politics was focused on the issue of administration and upskilling personals. Later, it shifted its focus on what common man needed. That's it. Crisp, concise, to the point, and ਮਾਰਕਸ ਲੈਣ ਵਾਲਾ, ਠੀਕ ਹੈ. ਤੁਸੀਂ ਵੀ ਲਿਖਿਆ ਹੋਏਗਾ, ਆਪਣਾ ਕੰਪੈਰੀਜ਼ਨ ਕਰੋ ਕਿ ਤੁਸੀਂ ਕਿਸ ਤਰ੍ਹਾਂ ਲਿਖਿਆ ਸੀਗਾ ਔਰ ਕਿਸ ਤਰ੍ਹਾਂ ਇੱਕ ਤੁਹਾਡੇ ਕੋਲ ਸੈਂਪਲ ਆਨਸਰ ਹੈਗਾ, ਇਹਨੂੰ ਲਿਖਿਆ ਜਾਣਾ ਚਾਹੀਦਾ ਹੈ. ਆਓ ਜੀ ਅਗਲੀ ਗੱਲ ਕਰੀਏ. ਨੈਕਸਟ ਕੁਐਸਚਨ ਆਉਂਦਾ ਤੁਹਾਡੇ ਕੋਲ, ਵਾਟ ਇੰਪਰੂਵਮੈਂਟਸ ਵਰ ਮੇਡ ਫॉर द ਕਾਮਨ ਮੈਨ. ਕਾਮਨ ਮੈਨ ਲਈ ਕੀ ਇੰਪਰੂਵਮੈਂਟਸ ਕੀਤੀਆਂ ਗਈਆਂ ਜੀ? ਕਾਮਨ ਮੈਨ ਲਈ the improvement of the lot of poor was to be main concern of the politics and the politician. The improvement especially of the lives of people of neglected villages. ठीक है, ਹੁਣ ਇਹਨੂੰ ਹਾਈਲਾਈਟ ਕਰਦੇ ਰਵਾਂਗੇ ਕਿ ਜਿਹੜੇ neglected villages ਸੀਗੇ ਉਹਨਾਂ ਬਾਰੇ ਜਿਹੜੀ ਹੈ ਗੱਲਾਂ ਹੋਣ ਲੱਗੀਆਂ, right? Was placed before the government and the political organization as the goal of political endeavor. कह रहे political endeavor ਦਾ goal ਹੀ ਇਹੀ ਹੋਣਾ ਚਾਹੀਦਾ, ਜਿਹੜੇ neglected villages ਨੇ ਹੁਣ ਉਹਨਾਂ ਦੀ improvement ਕਰੋ, right? The raising of the standard of living of people in villages, the improvement of housing of the poor, the sanitation, the villages, these were the objects to be kept in view. This is from where you need to know your answer. Please compose your answer. Take your time. Take a fair time. ठीक है, हजे तुसी सिर्फ प्रैक्टिस कर रहे हो. चलो जी.
आई होप तुसी आंसर लिख लिया होएगा. सो द आंसर इज कि देयर वर अपटीम एडवांसमेंट्स. अपटीम ਦੀ ਗੱਲ ਕਰਦੇ ਮੈਨੀ, ਠੀਕ ਹੈ. ਹੁਣ ਮੈਨੀ ਵਰਡ ਨਾ ਯੂਜ਼ ਕਰਕੇ ਅਮਟੀਮ ਯੂਜ਼ ਕਰਿਓ, ਜਿਹਦਾ ਮਤਲਬ ਹੁੰਦਾ ਮੈਨੀ. देयर वर अपटीम advancements made to uplift the living standard of ordinary people residing in villages. The main motive was to provide good infrastructure of the houses along with proper sanitation. Along with proper sanitation. That's it. Clear? Enna ka answer, Krebs ya answer. ठीक है, to the point. चलो. Next one is question है. ओहो, ਇਹ ਤੇ ਨਾਲੋਂ ਨਾਲ ਆਨਸਰ ਵੀ ਦਿੱਤਾ ਹੈ. ਚਲੋ ਕੋਈ ਗੱਲ ਨਹੀਂ, ਮੇਰੇ ਵੱਲੋਂ ਇੱਕ ਬੋਨਸ ਲਓ. ਠੀਕ ਹੈ. क्वेश्चन पूछा है who were named हरिजन्स and why. हरिजन्स ਕਿਹੜਾ ਨੂੰ ਕਿਹਾ ਗਿਆ ਔਰ ਕਿਉਂ ਕਿਹਾ ਗਿਆ. ਤੇ ਆਨਸਰ ਸਾਨੂੰ ਦਿੱਤਾ ਹੈ ਇੱਥੇ. ਕਹ ਰਹੇ the voice raised itself in passionate protest against age-old wrongdoings of this class, forced those had listened to it endeavor to remove the most outrageous of them, like untouchability. It has caused a revolution in Hindu religious practice by having Hindu temples thrown open to these people, and it made care of them a religious duty of the Hindus by renaming them Harijans, right? So who were named Harijans and why? Who ta clear hai, theek hai. Those who were denied entrance in the temple, right, on the basis of their religious identity. And why? theek hai. Why? Because it will make Hindus realize that they are Harijans and they need to be respected. Gandhiji successfully raised his voice for the welfare of neglected people of the society who were oppressed in the name of religion. Gandhiji renamed the untouchable as Harijans to improve their status in the society. Aim सिर्फ इतना ही सीगा कि ਉਹਨਾਂ ਦਾ status improve ਕਰੀਏ. ਦੋ ਗੱਲਾਂ ਜਿਹੜੀਆਂ ਕਿ ਮੈਂ ਲੈਕਚਰ ਦੇ ਐਂਡ ਵਿੱਚ ਜ਼ਰੂਰ ਕਰਾਂਗੀ. ਠੀਕ ਹੈ. ਪਹਿਲੀ ਗੱਲ ਤਾਂ ਇਹ ਰੀਡਿੰਗ ਕੰਪਰੀਹੈਂਸ਼ਨ ਤੁਸੀਂ ਕਰ ਰਹੇ ਹੋ. ਠੀਕ ਹੈ. ਆਪਣੇ ਆਨਸਰਸ ਲਿਖ ਰਹੇ ਹੋ, ਸੈਂਪਲ ਆਨਸਰਸ ਤੁਹਾਨੂੰ ਮਿਲ ਰਹੇ ਹੈ, ਬਟ ਤੁਸੀਂ ਅਗਰ ਆਪਣੇ ਆਨਸਰਸ ਚੈੱਕ ਨਹੀਂ ਕਰਵਾ ਰਹੇ ਤੇ ਗਲਤੀ ਕਰ ਰਹੇ ਹੋ. ਤੁਸੀਂ ਕਿਸੇ ਕੋਲੋਂ ਵੀ ਜੋ ਤੁਹਾਡੇ ਆਸ-ਪਾਸ ਇੰਗਲਿਸ਼ ਦੀ ਅੱਛੀ ਜਾਣਕਾਰੀ ਰੱਖਦਾ ਹੈ, ਤੁਸੀਂ ਉਹਦੇ ਕੋਲੋਂ ਆਪਣੇ ਆਨਸਰਸ ਇਸ ਲਈ ਚੈੱਕ ਕਰਵਾਓ ਕਿ ਗ੍ਰਾਮਰ ਸਹੀ ਜਾ ਰਹੀ ਹੈ ਜਾਂ ਨਹੀਂ. ਸੈਂਟੈਂਸ ਤੁਸੀਂ ਬਹੁਤ ਸੋਹਣਾ ਕੰਟੈਂਟ ਉਠਾ ਲਿਆ, ਤੁਸੀਂ ਉਸ ਕੰਟੈਂਟ ਨੂੰ ਲਿਖਿਆ, ਲੇਕਿਨ ਤੁਹਾਡੀ ਲੈਂਗੁਏਜ ਖਰਾਬ ਹੈ ਤੇ ਰਾਜੇ ਮਾਰਕਸ ਨਹੀਂ ਮਿਲਣੇ. ਠੀਕ ਹੈ. ਮਾਰਕਸ ਮਿਲਣਗੇ ਅਗਰ ਫਲॉलेस ਲੈਂਗੁਏਜ ਲਿਖੀ ਹੋਏਗੀ. ਠੀਕ ਹੈ. ਐਂਡ ਟੂ ਦ ਪੁਆਇੰਟ ਆਨਸਰ ਦਿੱਤਾ ਹੋਇਆ ਹੋਏਗਾ. ਐਂਡ ਦੂਜੀ ਚੀਜ਼ ਜਿਹੜੀ ਮੈਂ ਕਹਿਣੀ ਸੀ ਉਹ ਹੈ, ਅਗਰ ਤੁਹਾਡੀ ਹੈਂਡ ਰਾਈਟਿੰਗ ਖਰਾਬ ਹੈ, ਠੀਕ ਹੈ, ਤੇ ਉਹਦੇ 2-4 ਟਿਪਸ ਹੈ ਮੈਂ ਤੁਹਾਨੂੰ ਦਊਂਗੀ. ਠੀਕ ਹੈ. ਉਹਨੂੰ ਤੁਸੀਂ ਪ੍ਰੂਵ ਕਰ ਸਕਦੇ ਹੋ, ਲੇਕਿਨ ਇਹ ਮੈਂ ਸਿਰਫ ਉਦੋਂ ਹੀ ਕਰੂੰਗੀ ਜਦੋਂ ਤੁਸੀਂ ਕਮੈਂਟਸ ਵਿੱਚ ਕਹਿਤਾ ਵੀ ਤੁਹਾਨੂੰ ਲੋੜ ਹੈ. ਨਹੀਂ ਤਾਂ ਅਸੀਂ ਟਾਈਮ ਵੇਸਟ ਨਹੀਂ ਕਰਾਂਗੇ, ਅੱਗੇ ਚਲਾਂਗੇ. ਠੀਕ ਹੈ ਜੀ. ਦਿਸ ਇਜ਼ ਆਲ ਫॉर द डे. ਜੈ ਹਿੰਦ.